ਸੋ ਸਾਥੀਓ, ਅੱਜ ਅਸੀਂ ਫਿਰ ਹਾਜ਼ਰ ਹਾਂ ਤੁਹਾਡੇ ਵਿੱਚ ਲੈ ਕੇ ਭਾਗ ਚੌਥਾ ਬਾਣੀ ਸ਼ਲੋਕ ਮਹਿਲਾ 9ਵਾਂ ਦਾ ਸ਼ੁੱਧ ਉਚਾਰਨ ਅਤੇ ਉਸ ਵਿੱਚ ਹੁੰਦੀਆਂ ਕੁਝ ਆਮ ਗਲਤੀਆਂ ਦਾ, ਜਿਸ ਵਿੱਚ ਅੱਜ ਅਸੀਂ ਸਿੱਖਾਂਗੇ ਸ਼ਲੋਕ ਨੰਬਰ 21 ਤੋਂ ਲੈ ਕੇ ਸ਼ਲੋਕ ਨੰਬਰ 30 ਤੱਕ ਦਾ ਸ਼ੁੱਧ ਉਚਾਰਨ ਅਤੇ ਉਸ ਵਿੱਚ ਹੁੰਦੀਆਂ ਕੁਝ ਆਮ ਗਲਤੀਆਂ। ਸੋ ਆਪ ਸਾਰਿਆਂ ਦਾ ਇੱਕ ਵਾਰ ਫਿਰ ਸਾਡੇ ਚੈਨਲ ਜੀ ਫॉर ਗ੍ਰੈਟੀਟਿਊਡ ਤੇ ਬਹੁਤ-ਬਹੁਤ ਸਵਾਗਤ ਹੈ। ਆਪ ਸਾਰੇ ਪਿਆਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਵਿਊਅਰਸ ਜੀਓ, ਅੱਜ ਅਸੀਂ ਜਿਹੜਾ ਭਾਗ ਕਰਨਾ ਹੈ ਸ਼ਲੋਕ ਨੰਬਰ 21 ਤੋਂ ਸ਼ਲੋਕ ਨੰਬਰ 30 ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਸੀਂ ਅੱਧ ਤੱਕ ਪਹੁੰਚ ਚੁੱਕੇ ਹਾਂ। ਲਗਭਗ 57 ਸ਼ਲੋਕਾਂ ਵਿੱਚੋਂ 30 ਸ਼ਲੋਕ ਪੂਰੇ ਹੋ ਜਾਣਗੇ। ਸੋ ਮੈਂ ਆਸ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਖੂਬ ਪਸੰਦ ਕਰੋਗੇ ਔਰ ਸ਼ਲੋਕਾਂ ਦੀ ਪ੍ਰੋਨੰਸੀਏਸ਼ਨ ਨੂੰ ਵੀ ਧਿਆਨ ਨਾਲ ਸੁਣੋਗੇ। ਮਨ ਚਿਤ ਵਿਰਤੀਆਂ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਨਾਮ ਲੈ ਕੇ ਅੱਜ ਅਸੀਂ ਸ਼ੁਰੂ ਕਰਦੇ ਹਾਂ ਸ਼ਲੋਕ ਨੰਬਰ 21 ਤੋਂ ਲੈ ਕੇ ਸ਼ਲੋਕ ਨੰਬਰ 30। ਇਸ ਤੋਂ ਪਹਿਲਾਂ ਅਸੀਂ ਹੁੰਦੀਆਂ ਕੁਝ ਆਮ ਗਲਤੀਆਂ ਬੋਰਡ ਤੇ ਦੇਖੀਏ। ਆਓ ਸਰਵਣ ਕਰਦੇ ਹਾਂ ਬੜੇ ਇਕਾਗਰਚਿਤ ਹੋ ਕੇ ਕਿ ਇਹ ਸ਼ਲੋਕਾਂ ਨੂੰ ਉਚਾਰਨਾ ਕਿਵੇਂ ਹੈ, ਉਚਾਰਨ ਹੈ ਕਿਵੇਂ। ਇਸ ਵਿੱਚ ਹੀ ਸਾਨੂੰ ਬਹੁਤੇ ਪਾਠ ਦਾ ਸਮਝ ਆ ਜਾਏਗਾ, ਵਾਹਿਗੁਰੂ ਕਿਰਪਾ ਕਰਨ। ਤੇ ਜੋ ਥੋੜੀ ਬਹੁਤੀ ਰਹਿੰਦੀ ਖੈਂਦੀ ਹੋਵੇਗੀ ਉਹ ਅਸੀਂ ਬੋਰਡ ਤੇ ਵੇਖ ਲਵਾਂਗੇ। ਸੋ ਆਪ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਆਪਣੇ ਸਿਰ ਢੱਕ ਲਵੋ ਅਤੇ ਧਿਆਨ ਨਾਲ ਸਕਰੀਨ ਤੇ ਵੇਖਦੇ ਹੋਏ ਆਪਣੇ ਕੰਨਾਂ ਨੂੰ ਬੜਾ ਤੇਜ਼ ਰੱਖਦੇ ਹੋਏ ਅਸੀਂ ਸ਼ਲੋਕਾਂ ਨੂੰ ਸਰਵਣ ਕਰਨਾ ਹੈ ਅਤੇ ਧਿਆਨ ਨਾਲ ਦੇਖਣਾ ਹੈ ਕਿ ਸ਼ਲੋਕਾਂ ਨੂੰ ਉਚਾਰਨ ਕਿਵੇਂ ਹੋ ਰਿਹਾ ਹੈ। ਸੋ ਆਓ ਸਰਵਣ ਕਰਦੇ ਹਾਂ ਸ਼ਲੋਕ ਨੰਬਰ 21 ਤੋਂ ਲੈ ਕੇ ਸ਼ਲੋਕ ਨੰਬਰ 30 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ, ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨਹੁ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨ ਜਮ ਕੈ ਧਾਮ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜਿਉ ਸੁਪਨਾ ਅਰ ਪੇਖਨਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋਊ, ਨਾਰਾਇਣ ਜਿਹ ਚੀਤ। ਜੈਸੇ ਜਲ ਤੇ ਬੁਧ ਬੁਦਾ, ਉਪਜੈ ਬਿਨ ਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਪ੍ਰਾਨੀ ਕਛੂ ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਧ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਮਾਇਆ ਕਾਰਨ ਤਾਵਹੀ, ਮੂਰਖ ਲੋਗ ਅਜਾਨਾ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨਾ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਧ ਰਹਿਓ, ਬਿਸਰਿਓ ਗੋਬਿੰਦ ਨਾਮ।
ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ। ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਵਰਸ, ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਸ਼ਲੋਕਾਂ ਨੂੰ ਬੜੇ ਧਿਆਨ ਨਾਲ ਤੇ ਇਕਾਗਰਚਿਤ ਹੋ ਕੇ ਸਰਵਣ ਕੀਤਾ ਹੋਣਾ ਹੈ। ਸੋ ਆਓ ਸ਼ਲੋਕਾਂ ਵਿੱਚ ਹੁੰਦੀਆਂ ਕੁਝ ਆਮ ਗਲਤੀਆਂ ਵੱਲ ਗੌਰ ਫਰਮਾਈਏ ਹੋਰ ਵੇਖੀਏ। ਸ਼ਲੋਕ ਨੰਬਰ 21 ਤੋਂ ਲੈ ਕੇ ਪਹਿਲਾਂ ਸ਼ਲੋਕ ਨੰਬਰ 25 ਤੱਕ ਅਸੀਂ ਆਮ ਗਲਤੀਆਂ ਦੇਖਾਂਗੇ। ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਸ਼ਲੋਕ ਨੰਬਰ 26 ਤੋਂ ਸ਼ਲੋਕ ਨੰਬਰ 30 ਤੱਕ। ਸਭ ਤੋਂ ਪਹਿਲਾਂ ਦੇਖਦੇ ਹਾਂ ਸ਼ਲੋਕ ਨੰਬਰ 21, ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਸ਼ਲੋਕ ਹੈ, ਕਿਉਂਕਿ ਹਾਹੇ ਦੇ ਬਹੁਤ ਸਾਰੇ ਨਿਯਮ ਇਸ ਸ਼ਲੋਕ ਵਿੱਚ ਇਕੱਲੇ ਸ਼ਲੋਕ ਵਿੱਚ ਹੀ ਬਹੁਤ ਸਾਰੇ ਲਾਗੂ ਹੁੰਦੇ ਹਨ। ਸੋ ਅਸੀਂ ਬਹੁਤ ਇਕਾਗਰਚਿਤ ਨਾਲ ਬੜੇ ਧਿਆਨ ਨਾਲ ਵੇਖਣਾ ਹੈ ਕਿ ਸ਼ਲੋਕ ਨੰਬਰ 21 ਨੂੰ ਕਿਵੇਂ ਉਚਾਰਨ ਕਰਨਾ ਹੈ। ਸੋ ਆਓ ਵੇਖਦੇ ਹਾਂ। ਸ਼ਲੋਕ ਨੰਬਰ 21 ਸ਼ੁਰੂ ਹੁੰਦਾ ਹੈ ਜਿਹਬਾ ਗੁਣ ਗੋਬਿੰਦ ਭਜੋ। ਹੁਣ ਅਸੀਂ ਇੱਧਰ ਜਿਹਬਾ ਨਹੀਂ ਕਹਿ ਸਕਦੇ, ਮੈਂ ਲਿਖ ਦਿੰਦਾ, ਦੇਖ ਲੈਂਦੇ ਹਾਂ ਬੋਰਡ ਤੇ ਧਿਆਨ ਨਾਲ। ਇਸ ਨੂੰ ਅਸੀਂ ਜਿਹਬਾ ਨਹੀਂ ਕਹਿ ਸਕਦੇ, ਕਿਉਂਕਿ ਜੇ ਜਿਹਬਾ ਕਿਹਾ ਤੇ ਉਹ ਕੁਝ ਇਸ ਤਰ੍ਹਾਂ ਦਾ ਲਿਖਿਆ ਹੋਣਾ ਚਾਹੀਦਾ ਸੀ, ਜਾਂ ਤੇ ਇਸ ਤਰ੍ਹਾਂ ਜਿਹਬਾ ਜਾਂ ਫਿਰ ਹਾਹੇ ਨੂੰ ਸਿਹਾਰੀ। ਇਹ ਦੋਨੋਂ ਤੇ ਜਿਹਬਾ ਪੜ੍ਹੇ ਜਾ ਸਕਦੇ ਹਨ, ਪਰ ਜਦੋਂ ਜੱਜੇ ਨੂੰ ਸਿਹਾਰੀ ਹੈ ਤੇ ਉਹ ਜਿਹਬਾ ਪੜ੍ਹਿਆ ਜਾਏਗਾ, ਜਿਹਬਾ ਨਹੀਂ ਪੜ੍ਹਿਆ ਜਾਏਗਾ। ਸੋ ਵੇਖਦੇ ਹਾਂ ਇਸ ਨੂੰ ਕੀ ਪੜ੍ਹਨਾ ਹੈ। ਇਸ ਸ਼ਬਦ ਨੂੰ ਪੜ੍ਹਨਾ ਹੈ ਅਸੀਂ ਜਿਹਬਾ, ਜਿਹਬਾ, ਜਿਹਬਾ ਨਹੀਂ ਜਿਹਬਾ। ਸੋ ਮੈਂ ਆਸ ਕਰ ਰਿਹਾ ਕਿ ਆਪ ਜੀ ਨਾਲ ਨਾਲ ਨੋਟਸ ਵੀ ਬਣਾ ਰਹੇ ਹੋ ਕਿ ਅਸੀਂ ਕਿਵੇਂ ਇਹਨਾਂ ਸ਼ਬਦਾਂ ਨੂੰ ਪ੍ਰੋਨਾਂਸ ਕਰਨਾ ਹੈ। ਜਿਹਬਾ, ਜਿਹਬਾ ਨਹੀਂ, ਜਿਹਬਾ ਇਜ਼ ਕਰੈਕਟ। ਜਿਹਬਾ ਗੁਣ ਗੋਬਿੰਦ ਭਜੋ। ਗੁਣ, ਗੁਣ ਨਹੀਂ ਹੈ। ਜਿਵੇਂ ਸ਼ਲੋਕ ਸ਼ੁਰੂ ਹੁੰਦੇ ਨੇ ਤੇ ਅਸੀਂ ਪੜ੍ਹਦੇ ਹਾਂ ਪਹਿਲਾ ਸ਼ਲੋਕ ਕਿ ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ, ਉਧਰ ਗੁਣ ਨਹੀਂ ਹੈ। ਠੀਕ ਇਸੇ ਤਰ੍ਹਾਂ ਇੱਥੇ ਵੀ ਗੁਣ ਨਹੀਂ ਲਿਖਿਆ, ਇੱਥੇ ਵੀ ਗੁਣ ਦਰਜ ਹੈ। ਜਿਹਬਾ ਗੁਣ ਗੋਬਿੰਦ ਭਜੋ। ਹੁਣ ਭਜੋ ਵਿੱਚ ਹਾਹੇ ਦੀ ਸਾਊਂਡ ਆਣੀ ਚਾਹੀਦੀ ਹੈ, ਭਜੋ ਵਿੱਚ ਹਾਹੇ ਦੀ ਸਾਊਂਡ ਹੋਣੀ ਚਾਹੀਦੀ ਹੈ। ਜਿਹਬਾ ਗੁਣ ਗੋਬਿੰਦ ਭਜੋ, ਇਵੇਂ ਸੋਚ ਲਓ ਕਿ ਹਾਹਾ ਪੈਰ ਤੇ ਹੈ, ਭਜੋ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਠੀਕ ਇਸੇ ਤਰ੍ਹਾਂ ਹਾਹੇ ਦੀ ਸਾਊਂਡ ਆਣੀ ਚਾਹੀਦੀ ਹੈ, ਕਰਨ ਸੁਨੋ, ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨਾ ਜਮ ਕੈ ਧਾਮ। ਪਰ ਹੈ, ਹੁਣ ਦੇਖੋ ਹਾਹੇ ਦਾ ਨਿਯਮ ਆ ਗਿਆ। ਹਾਹੇ ਨੂੰ ਸਿਆਰੀ ਲੱਗੀ ਹੋਈ ਤੇ ਅਸੀਂ ਪਹਿਲਾ ਸ਼ਬਦ ਮੁਕਤਾ ਹੈ ਤੇ ਉਸ ਨੂੰ ਦੁਲਾਵਾ ਦੇ ਦਿੰਦਾ ਹੈ ਹਾਹਾ, ਤੇ ਪੈਰ ਵਿੱਚ ਆ ਜਾਂਦਾ ਹੈ ਆਪ। ਪਰ ਹੈ ਨਾ ਜਮ ਕੈ ਧਾਮ। ਹੁਣ ਜਮ ਕੇ ਧਾਮ ਨਹੀਂ ਹੈ, ਜਮ ਕੈ ਧਾਮ ਦੁਲਾਵਾ ਲੱਗੀ ਹੈ ਤੇ ਅਸੀਂ ਇਸ ਨੂੰ ਵੀ ਚੇਤੇ ਹੀ ਰੱਖਣਾ ਹੈ ਕਿ ਅਸੀਂ ਇਸ ਨੂੰ ਕੇ ਨਹੀਂ ਪੜਨਾ, ਅਸੀਂ ਇਸ ਨੂੰ ਕੈ ਹੀ ਪੜਨਾ ਹੈ। ਹੁਣ ਦੇਖੋ ਗੁਰੂ ਹਰਿਰਾਏ ਸਾਹਿਬ ਦੇ ਬਚਨ ਹਨ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਲਈ ਭੈ, ਡਰ ਔਰ ਅਦਬ, ਸਤਕਾਰ ਨਹੀਂ ਹੈ, ਉਹ ਮੇਰਾ ਸਿੱਖ ਨਾ ਸਮਝੋ। ਤੇ ਸਿੱਖ ਹੈ ਕੌਣ? ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੀ ਆਗਿਆ ਮੰਨਦਾ ਹੈ, ਗੁਰੂ ਦਾ ਕਹਿਆ ਸੁਣਦਾ ਹੈ, ਤਾਂ ਹੀ ਤਾਂ ਅਸੀਂ ਬਾਣੀ ਸ਼ੁੱਧ ਪੜ੍ਹਦੇ ਹਾਂ, ਕੋਸ਼ਿਸ਼ ਕਰਦੇ ਹਾਂ ਤਾਂ ਕਿ ਗੁਰੂ ਦਾ ਕਹਿਆ ਮੰਨ ਸਕੀਏ। ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ। ਜਿਹੜਾ ਆਪਣੀ ਮਨ ਦੀ ਮਰਜ਼ੀ ਕਰੇਗਾ ਉਹ ਤੇ ਵਿਛੜ ਜਾਏਗਾ ਤੇ ਚੋਟਾਂ ਖਾਵੇਗਾ। ਸਾਡੇ ਕੋਲ ਬਹੁਤ ਵੱਡੇ ਐਗਜ਼ਾਮਪਲ ਨੇ ਗੁਰੂ ਘਰ ਵਿੱਚ ਹੀ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ, ਕਿ ਕਿਵੇਂ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਘਰੋਂ ਬਾਹਰ ਕੱਢ ਦਿੱਤਾ ਔਰ ਛੋਟੇ ਗੁਰਦੇਵ ਯਾਨੀ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ। ਗੁਰੂ ਸਾਹਿਬ ਨੇ ਕਿਹਾ ਜੇ ਰਾਮ ਰਾਏ ਦੇ ਅੰਦਰ ਬਾਣੀ ਦਾ ਹੀ ਅਦਬ ਨਹੀਂ ਹੈ,
ਉਸਨੇ ਔਰੰਗਜ਼ੇਬ ਦੇ ਡਰ ਕਰਕੇ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਤਾਂ ਉਹ ਮੇਰਾ ਬੇਟਾ ਕਹਿਲਾਉਣ ਦਾ ਵੀ ਕੋਈ ਹੱਕਦਾਰ ਨਹੀਂ ਹੈ। ਉਸ ਨੂੰ ਕਹੋ ਕਿ ਜਿੱਧਰ ਮੂੰਹ ਹੈ ਉਧਰ ਹੀ ਚਲੇ ਜਾਏ, ਹੁਣ ਵਾਪਿਸ ਗੁਰੂ ਘਰ ਵੱਲ ਨਾ ਵੇਖੇ। ਸੋ ਅਸੀਂ ਵੀ ਕੋਸ਼ਿਸ਼ ਕਰੀਏ ਕਿ ਨਹੀਂ ਹੈ ਕਹਿ ਹੈ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨਹੁ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰਹਿ ਨਾ ਜਮ ਕੈ ਧਾਮ। ਆਓ 22ਵਾਂ ਸ਼ਲੋਕ ਦੇਖਦੇ ਹਾਂ। 22ਵਾਂ ਸ਼ਲੋਕ ਹੈ, ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਤਜੈ, ਹੁਣ ਇੱਧਰ ਮੈਂ ਲਿਖਿਆ ਨਹੀਂ ਹੈ ਪਰ ਆਪ ਜੀ ਨੇ ਧਿਆਨ ਦੇਣਾ ਹੈ ਕਿ ਉਧਰ ਤਜੈ ਲਿਖਿਆ ਹੈ, ਤਜੇ ਨਹੀਂ पढ़ना। जो प्राणी ममता तजै लोभ मोह अहंकार, कहो नानक आपन तरह, फिर दुलावा नाल कहो नानक आपन तरह औरन लेत उधार। ਹੁਣ ਇਸ ਨੂੰ ਕਿਵੇਂ ਪੜਨਾ ਹੈ? ਊੜੇ ਦੇ ਨਿਯਮ ਅਸੀਂ ਕੀਤੇ, ਪਹਿਲਾ ਸ਼ਬਦ ਮੁਕਤਾ ਹੋਏ ਤੇ ਉਸ ਨੂੰ ਕਨੌੜਾ ਮਿਲ ਜਾਂਦਾ ਹੈ। ਔਰਨ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਹੁਣ ਦੇਖਦੇ ਹਾਂ 23rd ਸ਼ਲੋਕ। 23ਵਾਂ ਸ਼ਲੋਕ ਕਹਿੰਦਾ ਹੈ, ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ। ਹੁਣ ਜਿਉ ਇੱਧਰ ਕਿਉਂ ਲਿਖਿਆ? ਕਿਉਂਕਿ ਇਸ ਤੋਂ ਪਹਿਲੇ ਵਾਲੇ ਸ਼ਲੋਕ ਵਿੱਚ ਅਸੀਂ ਪੜਿਆ ਹੈ ਜੋ ਪ੍ਰਾਨੀ ਮਮਤਾ ਤਜੈ, ਜੋ ਪੜਿਆ ਹੈ, ਪਰ ਇੱਧਰ ਕੀ ਲਿਖਿਆ ਹੈ? ਜਿਉ। ਜਿਉ ਦਾ ਮਤਲਬ ਹੁੰਦਾ ਹੈ ਜਿਵੇਂ, ਔਰ ਜੋ ਦਾ ਮਤਲਬ ਹੁੰਦਾ ਹੈ ਜਿਹੜਾ। ਜ਼ਮੀਨ ਆਸਮਾਨ ਦਾ ਫਰਕ ਹੈ, ਤਾਂ ਹੀ ਅਸੀਂ ਸ਼ੁੱਧ ਬਾਣੀ ਉਚਾਰਨ ਕਰ ਰਹੇ ਹਾਂ। ਜੋ ਪ੍ਰਾਨੀ ਮਮਤਾ ਤਜੈ ਵਿੱਚ ਜੋ ਦਾ ਮਤਲਬ ਹੈ ਜਿਹੜਾ ਪ੍ਰਾਣੀ। ਇੱਧਰ ਜਿਉ ਸੁਪਨਾ ਅਰ ਪੇਖਣਾ, ਜਿਵੇਂ ਸੁਪਨਾ ਵੇਖੀਦਾ ਹੁੰਦਾ ਹੈ। ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਫਿਰ ਊੜੇ ਦੇ ਨਿਯਮ, ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਸੀ 23ਵਾਂ ਸ਼ਲੋਕ ਜਿਸ ਨੂੰ ਅਸੀਂ ਧਿਆਨ ਨਾਲ ਪੜ੍ਹਨਾ ਸੀ। ਇਹ ਹੈ ਜਿਉ। ਭਾਵੇਂ ਊੜਾ ਖੋਲ ਕੇ ਜੇ ਪ੍ਰੋਨੰਸੀਏਸ਼ਨ ਨਹੀਂ ਸਮਝ ਆਉਂਦੀ ਇਸ ਤਰ੍ਹਾਂ ਪੜ੍ਹ ਲਿਆ ਕਰੋ। ਜਿਉ ਨਾਲ ਬਿੰਦੀ ਵੀ ਲੱਗੇਗੀ, ਜਿਵੇਂ। ਜਿਉ ਸੁਪਨਾਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। आओ 24th यानी 24वां श्लोक देखते हैं। 24वां श्लोक है, निस्दिन माया कारने प्राणी डोलत नीत। निस्दिन माया कारने प्राणी डोलत नीत, कोटन में नानक कोऊ नारायण जह चीत। हुण की गलती हो सकती है इस विच? कोटन में नानक कोऊ नारायण जह चीत। अक्सर असी इसनों को पढ़ दिंदे हां जिवें ये पढ़ रहे हैं, पर इसका बहुत डिफरेंस है। कोऊ, कोटन में नानक कोऊ नारायण जह चीत। जे इन्हां दोनों नूं असी सेम ही पढ़ दिता, फिर गुरु साहब ने स्पैलिंग्स अलग क्यों लिखे हैं? सो आओ इसनों समझते हैं। इसनों इवें पढ़ना है, को जमा ऊ। हुण कल्ला कल्ला पढ़ोगे तो पढ़िया जाएगा। कोटन में नानक कोऊ, कोऊ करोड़ां विचों कोई एक आध होएगा, कोई कोऊ जिस दे हिरदे विच परमात्मा आ टिकेगा, आ वसेगा। कोटन में नानक कोऊ नारायण जह। हुण इसनों जह नहीं पढ़ सकते, जह नहीं पढ़ सकते, या इस तरह इसनों असीं की पढ़ना है? जज्जे नूं सिहारी है ते जेह। कोटन में नानक को नारायण जह चीत। किवें पढ़िया इसने? जिवें जेहबा, जेह। कोटन में नानक को नारायण जह चीत। आओ 25वां श्लोक देखते हैं। 25वां श्लोक सानू कहंदा है, जैसे जल ते बुदबुदा उपजै बिन सै नीत, जग रचना तैसे रची कहो नानक सुन मीत। को नानक नहीं है, कहो नानक, कहो नानक सुन मीत। सो इस तरह साढ़े 25 श्लोकों की समाप्ति हुंदी है। आप जी जे नोट करना चाहते हो तो नाल नाल नोट भी कर सकते हो। हुण असीं देखांगे 26वें श्लोक तो लैके 30वें श्लोक तक शुद्ध उच्चारण किवें है,
ਤੇ ਉਸ ਵਿੱਚ ਹੁੰਦੀਆਂ ਕੁਝ ਆਮ ਗਲਤੀਆਂ ਅਸੀਂ ਕੀ ਕਰ ਸਕਦੇ ਹਾਂ ਤੇ ਉਸ ਨੂੰ ਕਿਵੇਂ ਸੁਧਾਈ ਦੀ ਲੋੜ ਹੈ। ਸੋ ਆਓ ਵੇਖਦੇ ਹਾਂ ਸ਼ਲੋਕ ਨੰਬਰ 26 ਤੋਂ ਲੈ ਕੇ ਸ਼ਲੋਕ ਨੰਬਰ 30 ਤੱਕ। ਸੋ ਆਓ ਸਾਥੀਓ ਵੇਖਦੇ ਹਾਂ ਸ਼ਲੋਕ ਨੰਬਰ 26 ਤੋਂ ਲੈ ਕੇ ਸ਼ਲੋਕ ਨੰਬਰ 30 ਤੱਕ। ਸ਼ਲੋਕ ਨੰਬਰ 26 ਦੇਖਦੇ ਹਾਂ। ਪ੍ਰਾਨੀ ਕਛੂ ਨਾ ਚੇਤਈ। ਹੁਣ ਦੇਖੋ ਇਹ ਪਹਿਲਾ ਸ਼ਬਦ ਕਿਉਂ ਲਿਖਿਆ ਮੈਂ, ਅਸੀਂ ਇਸ ਨੂੰ ਚੇਤੀ ਵੀ ਪੜ ਸਕਦੇ ਹਾਂ, ਪਰ ਪੜਨਾ ਕੀ ਹੈ, ਜਿਵੇਂ ਅਸੀਂ ਇਸ ਨੂੰ ਜਿਹੜਾ ਇੱਥੇ ਸ਼ਬਦ ਲਿਖਿਆ ਸੀ ਅਸੀਂ ਕੋਊ, ਉਸ ਨੂੰ ਵਿਛੇਦ ਸੰਧੀ ਵਿਛੇਦ ਕਰਕੇ ਪੜਿਆ ਸੀ। ਇਹ ਸੰਧੀ ਹੋਈ ਪਈ ਹੈ, ਸੋਚੋ ਇਸ ਨੂੰ ਵਿਛੇਦ ਕਰਨਾ ਹੈ। ਚੇ ਜਮਾ ਤ ਈ ਤਈ चेतई। प्राणी कछु न चेतई। चेतई मध माया कै अंध। वही के नहीं पढ़ना, अंध नहीं पढ़ना, इसनु के भी नहीं पढ़ना और अंध भी नहीं पढ़ना। कै लिखा है और अंध लिखा है। प्राणी कछु न चेतई मध माया कै अंध। कहो नानक बिन हर भजन परत ताहे जम फंध। परत ताहे वही हाहे दे नियम, परत ताहे जम फंध। इसनु फंध भी नहीं पढ़ना, इसनु फंध ही रहन देना, फंध लिखा है थे। परत ताहे जम फंध। आओ श्लोक नंबर 27 27वां श्लोक देखते हैं। 27वां श्लोक के अंदर जो सुख को चाहे सदा शरण राम की ले। कहो नानक सुन रे मना दुर्लभ मानुख दे। आओ वेखदे हैं। जो सुख को उड़े दे नियम, जो सुख को, जो सुख को चाहे सदा शरण राम की लेह। उधर हा है ते हाहे दी सामने आनी चाहिए। शरण राम की लेह कहो नानक सुन रे मना दुर्लभ मानुख देह। 28वां श्लोक माया कारण धावही। ਅਸੀਂ ਧਾਵੀ ਪੜ ਜਾਂਦੇ ਆ, ਧਾਵही ਉਹੀ ਸੰਧੀ ਵਿਛੇਦ ਕਰਾਂਗੇ। ਧਾ ਜਮਾ ਵਹੀ। माया कारण धावही मूर्ख लोग अजान। कहो नानक बिन हर भजन बिरथा जन्म सिरान। सो ਅਸੀਂ ਧਿਆਨ ਦੇਣਾ ਹੈ ਕਿ ਇਸ ਨੂੰ ਧਾਵੀ ਨਹੀਂ ਪੜਨਾ, ਧਾਵਹੀ। ਮਾਇਆ ਕਾਰਨ ਧਾਵਹੀ। ਸੋ ਆਓ 29ਵਾਂ ਸ਼ਲੋਕ ਦੇਖਦੇ ਹਾਂ। 29th 29ਵਾਂ ਸ਼ਲੋਕ ਸਾਨੂੰ ਦਰਸਾਉਂਦਾ ਹੈ ਜੋ ਪ੍ਰਾਨੀ ਨਿਸ ਦਿਨ ਭਜੈ रूप राम तिह जान। तिह हाहे दे नियम। जो प्राणी निस दिन भजै रूप राम तिह जान। हर जन हर अंतर नहीं नानक साची मान। हुण हरजन और हर विच फिर कौमा आएगा। हरजन यानी एक साधु लई, गुरसिख लई, ज्ञानी लई, जिग्यासू लई इस्तेमाल कीता है, जिहड़ा धर्म दे मार्ग ते तुर रहा है। हरजन हर प्रभु लई यूज होया है। हरजन हर अंतर नहीं नानक साची मान। आओ आखिरी श्लोक देखते हैं। 30वां श्लोक मन माया में फद रहे हो। फद नहीं है फद, धद्दा लग्या ते फद नहीं पढ़ना इसनो। मन माया में फद रहे हो बिसरे हो गोबिंद नाम। विसर गया गोबिंद परमात्मा का नाम। हुण देखो ये मैं क्यों लिखे, क्योंकि असी पहली क्लास में पढ़े सी ओ दी साउंड दिंदे ते गुरु साहब ने खुला उड़ा लिखा है। मन माया में फद रहे हो, फद रहे हो बिसरे हो गोबिंद नाम। कहो नानक बिन हर भजन जीवन कौने काम। कहो नानक वही जड़ा असी नियम कर चुके हैं, कहो पढ़ना है, को नहीं पढ़ना। कहो नानक बिन हर भजन जीवन कौने, उड़े दे नियम, को कौने जीवन कौने काम, किस काम दा जीवन। कहो नानक बिन हर भजन जीवन कौने काम। सो इस तरह साथियों साढ़े 30 श्लोक अज दे वाहिगुरू दी किरपा नाल कंप्लीट हुंदे हन। मैं आस कर रहा कि आप जी नाल नाल नोट्स बना रहे हो, जिहड़े कोई शब्द औखे लगदे हन। इस वीडियो नूं हर इस प्राणी मात्र नाल शेयर करना जिहड़ा आप जी नूं जापदा होवे कि उस नूं बाणी शुद्ध उचारण दी लोड़ है जां सिੱਖਣ ਦੀ ਲੋੜ है।
ਜੇ ਕੁਝ ਸੁਧਾਈ ਹੋਵੇ ਤਾਂ ਆਪ ਜੀ ਮੈਨੂੰ ਵੀ ਦੱਸਿਓ ਜ਼ਰੂਰ। ਕਮੈਂਟ ਸੈਕਸ਼ਨ ਵਿੱਚ ਕੋਈ ਡਾਊਟ ਹੋਵੇ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਪ੍ਰਾਣੀ ਮਾਤਰ ਤੱਕ ਇਹ ਮੈਸੇਜ ਵਾਈਡਲੀ ਪਹੁੰਚ ਸਕੇ, ਤਾਂ ਕਿ ਅਸੀਂ ਗੁਰੂ ਸਾਹਿਬ ਦੀ ਅਸੀਸਾਂ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਬਾਣੀ ਨੂੰ ਕੰਠ ਕਰ ਸਕੀਏ, ਵੱਧ ਤੋਂ ਵੱਧ ਬਾਣੀ ਸ਼ੁੱਧ ਪੜ੍ਹ ਸਕੀਏ। ਇਹ ਨੋਟਸ ਆਪਣੀ ਨੋਟਬੁੱਕ ਤੇ ਟਾਈਮ ਟੂ ਟਾਈਮ ਆਪ ਜੀ ਮੇਨਟੇਨ ਕਰਦੇ ਹੋ, ਮੈਨੂੰ ਬਹੁਤ ਖੁਸ਼ੀ ਹੈ। ਵਾਹਿਗੁਰੂ ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਗੁਰਸਿੱਖੀ ਜੀਵਨ ਬਖਸ਼ਣ ਤੇ ਬਾਣੀ ਬਾਣੇ ਨਾਲ ਪਿਆਰ ਬਖਸ਼ਣ। ਆਓ ਆਪਣਾ ਜੀਵਨ ਸਵਾਰਦੇ ਹੋਏ, ਗੁਰਸਿੱਖੀ ਜੀਵਨ ਧਾਰਦੇ ਹੋਏ, ਗੁਰਸਿੱਖੀ ਸੇਧ ਤੇ ਤੁਰਦੇ ਹੋਏ, ਗੁਰੂ ਸਾਹਿਬ ਦੀ ਮੱਤ ਲੈਂਦੇ ਹੋਏ, ਆਪਣੀ ਮੱਤ ਨੂੰ ਛੱਡਦੇ ਹੋਏ ਇੱਕ ਸਟੈਪ ਅੱਗੇ ਚੁੱਕੀਏ, ਬਾਣੀ ਕੰਠ ਕਰੀਏ, ਬਾਣੀ ਸ਼ੁੱਧ ਉਚਾਰੀਏ, ਅੰਮ੍ਰਿਤ ਵੇਲੇ ਜਾਗੀਏ, ਅੰਮ੍ਰਿਤ ਦੇ ਧਾਰਨੀ ਬਣੀਏ। ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਅੱਜ ਦੇ ਲੈਸਨ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਫਿਰ ਹਾਜ਼ਰ ਹੋਵਾਂਗੇ ਅਗਲੇ 10 ਸ਼ਲੋਕ ਲੈ ਕੇ ਅਗਲੇ ਭਾਗ ਵਿੱਚ। ਤਾਂ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਆਪ ਸਾਰੇ ਸਿੱਖਿਆਰਥੀਆਂ ਦਾ, ਸਾਰੇ ਵਿਊਅਰਸ ਦਾ, ਮੇਰੇ ਸਾਰੇ ਪਿਆਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਬਹੁਤ ਪਿਆਰ ਮੈਨੂੰ ਬਖਸ਼ ਦਿਓ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਸਾਰੇ ਸਿੱਖਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।